ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਔਰਤ ਨੂੰ ਮਰਦ ਦੇ ਬਰਾਬਰ ਹੱਕ ਕਿਉਂ ਨਹੀਂ ਮਿਲਦੇ, ਜਿਹੜੀ ਕਿ ਰਚਨਾ ਹਰਪਾਲ ਸਿੰਘ ਪੰਨੂ ਦੀ ਹੈ। ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸਿੰਘ ਸਾਹਿਬਾਨ ਜਥੇਦਾਰ ਜੋਗਿੰਦਰ ਸਿੰਘ ਜੀ ਦਾ ਬਿਆਨ ਪੜ੍ਹਿਆ ਗਿਆ। ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਮਹਾਰਾਜ ਦੇ ਪ੍ਰਕਾਸ਼ਨ ਤੇ ਸੁੱਖ ਆਸਣ ਦੇ ਸਮੇਂ ਸਿੱਖ ਬੀਬੀਆਂ ਨੂੰ ਮਰਦਾਂ ਵਾਂਗ ਸੇਵਾ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤੇ ਬੀਬੀਆਂ ਨੂੰ ਵੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਬਿਆਨ ਦੇ ਛਪਣ ਪਿੱਛੋਂ ਦੇਸ਼ ਵਿਦੇਸ਼ ਤੋਂ ਕਈ ਫੋਨ ਆਏ, ਜਿਨ੍ਹਾਂ ਰਾਹੀਂ ਮੈਨੂੰ ਪੁੱਛਿਆ ਗਿਆ ਕਿ ਅਜਿਹੀ ਆਗਿਆ ਉੱਥੇ ਪਹਿਲਾਂ ਨਹੀਂ ਸੀ। ਅਜਿਹਾ ਵਿਤਕਰਾ ਉਹ ਵੀ ਦਰਬਾਰ ਸਾਹਿਬ ਵਿੱਚ ਹੋ ਰਿਹਾ ਹੈ। ਇਸ ਬਾਰੇ ਵਧੀਕ ਸਿੱਖਾਂ ਤੇ ਗੈਰ ਸਿੱਖਾਂ ਨੂੰ ਪਤਾ ਨਹੀਂ ਹੈ। ਚੰਗਾ ਹੈ ਜੇ ਮਾੜੀਆਂ ਗੱਲਾਂ ਦਾ ਪਤਾ ਘੱਟ ਬੰਦਿਆਂ ਨੂੰ ਲੱਗੇ ਤਾਂ ਬੇਇੱਜ਼ਤੀ ਵੀ ਘੱਟ ਹੁੰਦੀ ਹੈ, ਪਰ ਮੈਨੂੰ ਇਸ ਮਾੜੀ ਪ੍ਰਥਾ ਦਾ ਬਚਪਨ ਤੋਂ ਹੀ ਪਤਾ ਹੈ ਤੇ ਲਾਹਨਤ ਹੈ ਮੇਰੇ ਉੱਪਰ। ਅਗਲੇ ਦਿਨ ਦੂਜਾ ਬਿਆਨ ਬੀਬੀ ਜਗੀਰ ਕੌਰ ਦਾ ਆਉਂਦਾ, ਜਿਸ ਵਿੱਚ ਉਹ ਐਲਾਨ ਕਰਦੇ ਕਿ ਸੇਵਾ ਕਰਨ ਦੀ ਬਰਾਬਰੀ ਦਾ ਅਧਿਕਾਰ ਹਾਸਲ ਕਰਨ ਲਈ ਬੀਬੀਆਂ ਦਾ ਪਹਿਲਾਂ ਜਥਾ ਉਹ ਖੁਦ ਲੈ ਕੇ ਜਾਣਗੇ ਕਿ ਅਗਵਾਈ ਵੀ ਕਰਾਉਣਗੇ। ਪੂਰੀ ਅਵਧੀ ਵਿੱਚ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਉਦੋਂ ਵੀ ਇਹ ਵਿਤਕਰਾ ਜਾਰੀ ਰਿਹਾ। ਹੁਣ ਜੋ ਬੀਬੀ ਜੀ ਅਗਵਾਈ ਕਰਨ ਲਈ ਤਤਪਰ ਹਨ, ਉਦੋਂ ਵੀ ਪ੍ਰਧਾਨ ਸਨ। ਤਦ ਇਹ ਵਿਤਕਰਾ ਦਾ ਆਰਡਰ ਜਾਰੀ ਕਰਕੇ ਕਿਉਂ ਨਹੀਂ ਖਤਮ ਕਰਵਾਇਆ ਗਿਆ? ਇਹ ਗੱਲ ਤਾਂ ਕੋਈ ਮੰਨੇਗਾ ਨਹੀਂ ਕਿ ਬੀਬੀ ਜੀ ਨੂੰ ਪਹਿਲਾਂ ਪਤਾ ਹੀ ਨਹੀਂ ਸੀ। ਸਿੰਘ ਸਾਹਿਬ ਦਾ ਬਿਆਨ ਪੜ੍ਹ ਕੇ ਬੀਬੀਆਂ ਨਾਲ ਹੁੰਦੇ ਅਨਿਆਂ ਦੀ ਜਾਣਕਾਰੀ ਮਿਲੀ। ਸੱਪ ਲੰਘ ਜਾਂਦਾ ਹੈ ਤਦ ਨੇਤਾ ਲੋਕ ਲਕੀਰ ਉੱਪਰ ਖੂਬ ਡਾਂਗਾਂ ਬਰਸਾਉਂਦੇ ਹਨ। ਲਕੀਰ ਨੂੰ ਕੁੱਟਣ ਦਾ ਬੜਾ ਫਾਇਦਾ ਹੁੰਦਾ ਹੈ। ਇੱਕ ਤਾਂ ਸੱਪ ਬਚ ਜਾਂਦਾ ਹੈ ਤੇ ਜੋ ਜੀਵ ਹੱਤਿਆ ਦਾ ਪਾਪ ਨਾ ਲੱਗਾ। ਦੂਜਾ ਹੈ ਕਿ ਤੁਰੇ ਜਾਂਦੇ ਸੱਪ ਵੱਲ ਡਾਂਗ ਉਲਾਰੀ ਜਾਵੇ ਤਦ ਬਾਬਾ ਮਿਹਰ ਵੀ ਕਰ ਦਿੰਦਾ ਹੈ। ਡਾਗਮੈਨ ਦੀ ਚਮੜੀ ਹੇਠ ਪਿਚਕਾਰੀ ਮਾਰ ਸਕਦਾ ਹੈ। ਸੋ ਬਚਾਓ ਵਿੱਚ ਹੀ ਬਚਾਓ ਹੈ। ਸੱਪ ਵੀ ਬਚੇ ਤੇ ਸੋਟੀ ਵੀ ਬਚੇ, ਇੱਜ਼ਤ ਵੀ ਬਚੇ ਤੇ ਇੱਜ਼ਤਦਾਰ ਬੰਦਾ ਵੀ ਬਚਿਆ ਰਹੇ। ਇਹ ਨੀਤੀ ਹੈ। ਮਨੁੱਖਾ ਜਨਮ ਦੁਬਾਰਾ ਤਾਂ ਮਿਲੇਗਾ ਨਹੀਂ, ਫਿਰ ਕਿਉਂ ਖਾਮਖਾ ਇੱਕ ਜੂਨ ਖਰਾਬ ਕਰੀ ਜਾਵੇ। ਇਹੋ ਜਿਹੀ ਕਲਾ ਖੇਡੋ ਕਿ ਪੋਤਰੇ ਦੋਤਰੇ ਕਈ ਪੀੜ੍ਹੀਆਂ ਤੱਕ ਨਿਹਾਲ ਹੋ ਜਾਣ। ਇੱਕ ਦਿਨ ਬੱਚਿਆਂ ਦੀ ਮਹਿਫਲ ਵਿੱਚ ਮੈਂ ਕਹਿ ਬੈਠਾ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ। ਇੱਕ ਬੱਚਾ ਕਹਿਣ ਲੱਗਾ, ਅੰਕਲ ਫਿਰ ਉਹ ਬੰਦਾ ਅੰਨਾ ਕਿਵੇਂ ਹੋਇਆ ਜਿਹੜਾ ਘਰਦਿਆਂ ਦੀ ਪਛਾਣ ਜਿਹਨੂੰ ਹੋਵੇ। ਗੱਲ ਹੋਰ ਪਾਸੇ ਜਾਣ ਤੋਂ ਰੋਕ ਕੇ ਦੇਖਣਾ ਹੀ ਬਣਦਾ ਕਿ ਸਿੱਖ ਬੀਬੀਆਂ ਨੂੰ ਸੇਵਾ ਕਰਨ ਤੋਂ ਮਨ੍ਹਾ ਕਿਸ ਨੇ ਕੀਤਾ ਹੈ ਤੇ ਕਿਉਂ ਕੀਤਾ ਹੈ। ਗੁਰੂ ਕਾਲ ਵਿੱਚ ਅਜਿਹੇ ਵਿਤਕਰੇ ਦਾ ਸਵਾਲ ਨਹੀਂ ਪੈਦਾ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਵੀ ਕਿਤੇ ਪੱਖਪਾਤ ਮਰਦ ਔਰਤ ਵਿਚਕਾਰ ਦੇਖਣ ਨੂੰ ਨਹੀਂ ਆਇਆ। ਜਿੱਥੋਂ ਤੱਕ ਸੇਵਾ ਕਰਨ ਦਾ ਮਸਲਾ ਹੈ, ਅੰਗਰੇਜ਼ੀ ਰਾਜ ਵੇਲੇ ਡੇਰਾਵਾਦ ਮਹੰਤਵਾਦ ਨੂੰ ਹੱਲਾਸ਼ੇਰੀ ਮਿਲੀ ਸੀ। ਮਹੰਤ ਪੂਰੀ ਤਰ੍ਹਾਂ ਭ੍ਰਿਸ਼ਟ ਦੁਰਾਚਾਰੀ ਹੋ ਗਏ ਸਨ। ਇਤਿਹਾਸ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਤਰਨਤਾਰਨ ਦੇ ਪਵਿੱਤਰ ਇਤਿਹਾਸਕ ਦਰਬਾਰ ਵਿੱਚ ਮਹੰਤ ਚਿਲਮ ਪੀਂਦੇ ਸਨ ਤੇ ਸ਼ਰਾਬ ਵਰਤਦੀ ਸੀ। ਕੜਾਹ ਪ੍ਰਸ਼ਾਦ ਠੇਕੇ ਤੇ ਬਣਦਾ ਸੀ। ਠੇਕੇਦਾਰ ਹਲਵਾਈ ਦੇ ਇੱਕ ਹੱਥ ਵਿੱਚ ਬੀੜੀ ਸੀ, ਦੂਜੇ ਪਾਸੇ ਖੁਰਚਣਾ ਫੜਿਆ ਹੁੰਦਾ ਸੀ। ਮੱਸਿਆ ਦਾ ਮੇਲਾ ਬੜਾ ਭਰਦਾ ਸੀ। ਇਸ ਮੇਲੇ ਵਿੱਚ ਔਰਤਾਂ ਨਾਲ ਛੇੜਛਾੜ ਤਾਂ ਆਮ ਦੀ ਗੱਲ ਸੀ। ਉਧਾਲੇ ਹੋ ਜਾਂਦੇ ਸਨ। ਬਲਾਤਕਾਰਾਂ ਵਿੱਚ ਅਕਸਰ ਮਹੰਤਾਂ ਦੀ ਸ਼ਮੂਲੀਅਤ ਜ਼ਿਆਦਾ ਹੁੰਦੀ ਸੀ। ਇਹੋ ਜਿਹੇ ਦਿਨਾਂ ਵਿੱਚ ਔਰਤਾਂ ਦਿਨ ਦਿਹਾੜੇ ਗੁਰਦੁਆਰਿਆਂ ਵਿੱਚ ਜਾਣ ਤੋਂ ਗੁਰੇਜ਼ ਕਰਦੀਆਂ ਸਨ। ਰਾਤਾਂ ਨੂੰ ਸੁੱਖ ਆਸਣ ਜਾਂ ਪ੍ਰਕਾਸ਼ ਦੀਆਂ ਚੌਂਕੀਆਂ ਵਿੱਚ ਸ਼ਾਮਲ ਹੋਣਾ ਤਾਂ ਬਹੁਤ ਦੂਰ ਦੀ ਗੱਲ ਸੀ। ਔਰਤਾਂ ਨੂੰ ਇਹਨਾਂ ਸਮਾਵਾਂ ਤੋਂ ਕਿਸੇ ਨੇ ਹਟਾਇਆ ਨਹੀਂ, ਸਗੋਂ ਬੁਰਸ਼ਾਗਰਦੀ ਦੇ ਦਿਨਾਂ ਵਿੱਚ ਉਹ ਖੁਦ ਪਿੱਛੇ ਹਟ ਗਈਆਂ ਸਨ। ਮਹੰਤ ਇਸ ਦਾ ਉੱਤਰ ਇਹ ਦਿਆ ਕਰਦੇ ਸਨ ਕਿ ਔਰਤਾਂ ਬਹੁਤ ਪਵਿੱਤਰ ਰਸਮਾਂ ਨਿਭਾਉਣ ਦੀਆਂ ਹੱਕਦਾਰ ਨਹੀਂ ਹਨ, ਇਸ ਕਰਕੇ ਉਹਨਾਂ ਨੂੰ ਮਨ੍ਹਾ ਕੀਤਾ ਗਿਆ ਹੈ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਤੇ ਮਹੰਤਾਂ ਨੂੰ ਕੱਢ ਦਿੱਤਾ ਗਿਆ, ਪਰੰਤੂ ਕਈ ਪਰੰਪਰਾਵਾਂ ਸਮਾਂ ਪਾ ਕੇ ਇੰਨੀਆਂ ਰੂੜ ਹੋ ਜਾਂਦੀਆਂ ਹਨ ਕਿ ਉਹਨਾਂ ਦੇ ਕਾਰਨਾਂ ਦਾ ਪਤਾ ਹੀ ਨਹੀਂ ਲੱਗਦਾ, ਪਰ ਉਹ ਚੱਲਦੀਆਂ ਰਹਿੰਦੀਆਂ ਸਨ। ਪਹਿਲਾਂ ਤਾਂ ਇਹ ਪਰੰਪਰਾ ਦੇ ਰੂਪ ਵਿੱਚ ਮਹੰਤ ਦਰਬਾਰ ਵਿੱਚ ਬਦਸੂਰਤ ਜਿਉਂਦਾ ਜਾਗਦਾ ਕਾਇਮ ਰਿਹਾ। ਹੁਣ ਕੁਝ ਜਥੇਦਾਰ ਗ੍ਰੰਥੀ ਪੁਜਾਰੀਆਂ ਦੇ ਰੂਪ ਵਿੱਚ ਸਾਕਾਰ ਹੋ ਗਿਆ। ਜਦੋਂ ਦਰਬਾਰ ਸਾਹਿਬ ਵਿੱਚੋਂ ਮਹੰਤਾਂ ਨੂੰ ਕੱਢ ਕੇ ਕਾਲੀ ਮਸਤੂਆਣੇ ਸਾਹਿਬ ਸੰਤ ਅਤਰ ਸਿੰਘ ਨੂੰ ਮਿਲੇ ਤਾਂ ਸ਼ੁਕਰਾਨੇ ਦੀ ਅਰਦਾਸ ਕਰਨ ਲਈ ਕਿਹਾ। ਸੰਤ ਜੀ ਬੋਲੇ, ਭਾਈ ਉਹ ਮਹੰਤਾਂ ਨੂੰ ਤਾਂ ਮੈਂ ਫਿਰ ਵੀ ਚੰਗੇ ਕਹਾਂਗਾ ਜੋ ਤੁਹਾਡੇ ਕਹਿਣ 'ਤੇ ਨਿਕਲ ਗਏ ਗੁਰਦੁਆਰਿਆਂ ਦੇ ਵਿੱਚੋਂ। ਤੁਹਾਨੂੰ ਗੁਰਦੁਆਰਿਆਂ ਵਿੱਚੋਂ ਕੱਢਣਾ ਬਹੁਤ ਵਧੀਕ ਮੁਸ਼ਕਲਾਂ ਸਹਿਣੀਆਂ ਪੈਣਗੀਆਂ। ਦੇਰ ਰਾਤ ਅਤੇ ਸਵੱਖਤ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਵਿੱਚ ਨਿਭਾਈ ਜਾਂਦੀ ਸੇਵਾ ਦੌਰਾਨ ਕਈ ਉਦਾਸ ਵਾਰਦਾਤਾਂ ਹੋਈਆਂ। ਅਮਰੀਕਾ ਤੋਂ ਆਈ ਇੱਕ ਬੀਬੀ ਇਸ ਰਸਮ ਵਿੱਚ ਆ ਕੇ ਇਸ ਕਰਕੇ ਸ਼ਾਮਲ ਹੋ ਗਈ ਸੀ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਇਸਤਰੀਆਂ ਲਈ ਇਹ ਵਰਜਿਤ ਰਸਮ ਹੈ। ਇੱਕ ਗੁਰਮੁਖ ਪਿਆਰੀ ਨੇ ਉਸ ਨੂੰ ਅਜਿਹਾ ਧੱਕਾ ਮਾਰਿਆ ਕਿ ਸੰਗਮਰਮਰ ਦੇ ਫਰਸ਼ ਉੱਪਰ ਡਿੱਗ ਕੇ ਉਸਦਾ ਝੂਲਾ ਟੁੱਟ ਗਿਆ। ਲੋਕ ਤੇ ਪਰਲੋਕ ਸਹੇਲੇ ਕਰਨ ਗਿਆ ਨੂੰ ਅਜਿਹਾ ਇਨਾਮ ਮਿਲ ਸਕਦਾ ਹੈ ਜਿਸ ਦਾ ਕਈਆਂ ਨੂੰ ਪਤਾ ਹੀ ਨਹੀਂ ਹੈ। ਧਰਮ ਸਥਾਨ ਜਿੱਥੇ ਨਿਰਮਤਾ, ਮਿਠਾਸ, ਦਇਆ, ਪ੍ਰੇਮ, ਸਦਭਾਵਨਾ, ਮੰਗਲਾਮਈ, ਕਲਿਆਣਕਾਰੀ ਮਾਹੌਲ ਹੋਣਾ ਚਾਹੀਦਾ ਹੈ, ਉੱਥੇ ਇਹੋ ਜਿਹੇ ਜਾਲ ਬੁਰਸ਼ੇ ਤੇ ਖਰ ਦਿਮਾਗ ਬੰਦੇ ਪਵਿੱਤਰ ਸੇਵਾ ਨਿਭਾਉਣ ਲੱਗੇ ਹਨ ਕਿਉਂਕਿ ਉਹ ਮਰਦ ਜਾਤ ਵਿੱਚੋਂ ਹਨ। ਉਹਨਾਂ ਨੂੰ ਨਾ ਕੋਈ ਰੋਕਦਾ ਹੈ ਤੇ ਨਾ ਰੋਕੇਗਾ। ਇਸਤਰੀਆਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਸਦਕਾ ਮਰਿਆਦਾ ਭੰਗ ਹੋ ਜਾਂਦੀ ਹੈ। ਪ੍ਰੋਫੈਸਰ ਜੈਦੀ ਨਾਲ ਇਹ ਗੱਲਾਂ ਹੋ ਰਹੀਆਂ ਸਨ ਤਦ ਉਹਨਾਂ ਨੇ ਦੱਸਿਆ, ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਵਕਤ ਔਰਤਾਂ ਮਸਜਿਦ ਵਿੱਚ ਨਮਾਜ਼ ਅਦਾ ਕਰਦੀਆਂ ਸਨ।
ਪੈਗੰਬਰ ਤੋਂ ਪਿੱਛੋਂ ਮੌਲਵੀਆਂ ਨੇ ਪਾਬੰਦੀ ਲਗਾ ਦਿੱਤੀ, ਜੋ ਹੁਣ ਤੱਕ ਜਾਰੀ ਹੈ। ਆਦਮੀ ਆਪਣੇ ਆਪ ਤੋਂ ਡਰਿਆ ਹੋਇਆ ਹੈ, ਉਸਨੇ ਖੁਦ ਇਖਲਾਕ ਉੱਪਰ ਭਰੋਸਾ ਨਹੀਂ ਹੈ। ਉਹ ਨਹੀਂ ਜਾਣਦਾ ਕਿ ਔਰਤ ਦੀ ਹਾਜ਼ਰੀ ਵਿੱਚ ਉਹ ਸੰਤੁਲਨ ਕਾਇਮ ਰੱਖ ਸਕੇਗਾ ਕਿ ਨਹੀਂ। ਸੋ ਔਰਤਾਂ ਦੀ ਹਾਜ਼ਰੀ ਉੱਪਰ ਪਾਬੰਦੀ ਆਇਦ ਕਰ ਦਿੱਤੀ ਗਈ। ਇਹ ਠੀਕ ਕੀਤਾ। ਜੇ ਘੋੜਸਵਾਰੀ ਕਰਨੀ ਨਾ ਆਉਂਦੀ ਹੋਵੇ ਤਾਂ ਤਦ ਘੋੜਾ ਹੀ ਮਾਰ ਦੇਣਾ ਚਾਹੀਦਾ ਹੈ। ਪਿਛਲੇ ਇੱਕ ਦਹਾਕੇ ਵਿੱਚ ਪੰਜਾਬ 5-4 ਵਾਰ ਇਹ ਯਤਨ ਹੋਇਆ ਕਿ ਬੀਬੀਆਂ ਨੂੰ ਹਰ ਸੇਵਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਸੇ ਵਕਤ ਪੁਜਾਰੀ ਸ਼੍ਰੇਣੀ ਪੂਰੇ ਗੁੱਸੇ ਵਿੱਚ ਐਲਾਨ ਕਰਦੀ ਹੈ ਕਿ ਔਰਤਾਂ ਨੂੰ, ਕਿਉਂਕਿ ਮਾਸਿਕ ਧਰਮ ਆਉਂਦਾ ਹੈ, ਇਸ ਕਰਕੇ ਜਿਹੜੀਆਂ ਔਰਤਾਂ ਇਹਨਾਂ ਰਸਮਾਂ ਵਿੱਚ ਸ਼ਾਮਲ ਹੋਣਗੀਆਂ, ਹੋ ਸਕਦਾ ਹੈ ਉਹਨਾਂ ਵਿੱਚੋਂ ਕੋਈ ਇਸ ਬਿਮਾਰੀ ਤੋਂ ਪੀੜਤ ਹੋਵੇ। ਉਹਨਾਂ ਸਦਕਾ ਪਵਿੱਤਰ ਰਸਮਾਂ ਪਲੀਤ ਹੋ ਸਕਦੀਆਂ ਹਨ। ਜਿਸ ਸਮਰੱਥ ਗੁਰੂ ਮਹਾਰਾਜ ਨੇ ਖੜਗ ਦੀ ਕਿਰਪਾ ਦੁਆਰਾ ਮਨ ਮਹਾਰਾਜ ਨੂੰ ਪੰਥ ਵਿੱਚੋਂ ਭਜਾਇਆ ਸੀ, ਸਿੱਖਾਂ ਨੇ ਉਸ ਨੂੰ ਸਰਪੁਆਏ ਦੇ ਕੇ ਫਿਰ ਦਰਬਾਰ ਸਾਹਿਬ ਵਿੱਚ ਸਥਾਪਿਤ ਕਰਕੇ ਸੁਸ਼ੋਭਿਤ ਕਰ ਦਿੱਤਾ ਹੈ। ਇਹ ਐਲਾਨ ਕਿ ਔਰਤ ਇਸ ਕਰਕੇ ਪਲੀਤ ਹੁੰਦੀ ਹੈ ਕਿਉਂਕਿ ਉਸ ਨੂੰ ਮਾਸਿਕ ਧਰਮ ਦੀ ਅਵਧੀ ਵਿੱਚੋਂ ਗੁਜ਼ਰਨਾ ਪੈਂਦਾ ਹੈ, ਮਨੂ ਜੀ ਦਾ ਹੈ। ਇਹ 21ਵੀਂ ਸਦੀ ਵਿੱਚ ਉਹ ਵੀ ਸਿੱਖਾਂ ਵਿੱਚ ਗੁਰੂ ਜੀ ਦੀ ਥਾਂ ਮਨੂ ਦੇ ਹੁਕਮ ਕਾਇਮ ਹੋਣਗੇ। ਇਹ ਵਚਿੱਤਰ ਰੁਝਾਨ ਹੈ। ਇਸ ਵਿਗਿਆਨਿਕ ਯੁੱਗ ਵਿੱਚ ਜੇ ਬ੍ਰਾਹਮਣ ਅਜਿਹਾ ਪ੍ਰਚਾਰ ਕਰੇ ਤਾਂ ਅਜਿਹੇ ਵਿਸ਼ਵਾਸ ਲੋਕਾਂ ਵਿੱਚ ਕਾਇਮ ਕਰੇ ਤਾਂ ਉਸ ਨੂੰ ਲੱਖ ਲਾਨਤ। ਪਰ ਇਹ ਕੁਝ ਕਰਨ ਦੀ ਬ੍ਰਾਹਮਣ ਨੂੰ ਕੀ ਲੋੜ? ਗੁਰੂ ਪਿਆਰੇ ਦਰਬਾਰ ਸਾਹਿਬ ਵਿੱਚ ਧੜੱਲੇ ਨਾਲ ਕਰੀ ਜਾ ਰਹੇ ਹਨ। ਸਿੱਖ ਭਰਾ ਨਾਗਸੈਨ ਨੇ ਕੁਝ ਦਿਨ ਪਹਿਲਾਂ ਮਹਾਨਗਰ ਦਾ ਚੱਕਰ ਲਾਇਆ ਸੀ। ਆ ਕੇ ਉਸਨੇ ਦੱਸਿਆ, ਮੈਂ ਇਹ ਦੇਖ ਕੇ ਦੰਗ ਰਿਹਾ ਗਿਆ ਹਾਂ ਕਿ ਕੁਝ ਕੁੱਤੇ, ਕੁਝ ਬਘਿਆੜ ਤੇ ਕੁਝ ਲੂੰਬੜ ਲੱਖਾਂ ਸਾਲਾਂ ਦਾ ਅਭਿਆਸ ਕਰਕੇ ਆਦਮੀ ਵਾਂਗ ਪਿਛਲੀਆਂ 2 ਲੱਤਾਂ ਉੱਪਰ ਤੁਰਨ ਲੱਗ ਪਏ ਹਨ। ਬੰਦਿਆਂ ਵਾਂਗ ਗੱਲਾਂ ਵੀ ਕਰਦੇ ਹਨ, ਬਿਲਕੁਲ ਆਦਮੀ ਵਾਂਗ ਲੱਗਦੇ ਹਨ। ਲੰਮਾ ਸਮਾਂ ਅਭਿਆਸ ਕਰਕੇ ਜਾਨਵਰ ਆਦਮੀਆਂ ਵਿੱਚੋਂ ਇਉਂ ਘੁਲ ਮਿਲ ਗਏ ਹਨ ਕਿ ਪਛਾਣੇ ਨਹੀਂ ਜਾ ਸਕਦੇ। ਪਰਿਵਾਰ ਪੜੋਸ ਜਿੱਥੇ ਕਿਤੇ ਦੇਖਿਆ ਤਾਂ ਨੋਟ ਕੀਤਾ ਕਿ ਮਰਦ ਦੇ ਮੁਕਾਬਲੇ ਔਰਤ ਸਫਾਈ ਪ੍ਰਤੀ ਵਧੇਰੇ ਚੇਤੰਨ ਤੇ ਸੁਕੰਨਿਆ ਹੈ। ਘਰ-ਬਾਰ ਸਾਫ਼ ਰੱਖਣ ਦਾ ਕੰਮ ਕਰਦੀਆਂ ਹਨ ਇਸਤਰੀਆਂ ਹਨ। ਮੇਰੀ ਪਤਨੀ ਕਈ ਦਿਨਾਂ ਤੋਂ ਕਿਤੇ ਚਲੀ ਜਾਵੇ, ਮੈਂ ਤੇ ਮੇਰੇ ਬੇਟੇ ਮੈਲੇ ਕੱਪੜੇ ਪਾਈ ਫਿਰਦੇ ਹਾਂ। ਸਰਦੀਆਂ ਵਿੱਚ ਝਿੜਕਾਂ ਖਾਣ ਪਿੱਛੋਂ ਇਸ਼ਨਾਨ ਕਰਨਾ ਤਾਂ ਆਮ ਗੱਲ ਹੈ। ਮੈਂ ਆਪਣੇ ਇੱਕ ਦੋਸਤ ਨੂੰ ਪੁੱਛਿਆ, ਅਜਿਹਾ ਕਿਉਂ ਹੁੰਦਾ ਹੈ? ਔਰਤ ਘਰ ਦੀ ਪੂਰੀ ਸਫਾਈ ਰੱਖਦੀ ਹੈ, ਪਰ ਉਸ ਨੂੰ ਫਿਰ ਵੀ ਸਾਫ਼ ਕਿਉਂ ਨਹੀਂ ਮੰਨਦੇ ਮਰਦ ਲੋਕ? ਉਸ ਨੇ ਉੱਤਰ ਦਿੱਤਾ, ਸਫਾਈ ਕਰਦਿਆਂ ਹੀ ਹਰੀਜਨਾਂ ਦੀ ਉਮਰ ਬੀਤਦੀ ਹੈ। ਸ਼ੂਦਰ, ਅਛੂਤ ਤੇ ਚੂੜੇ ਆਦਿਕ ਵਿਸ਼ੇਸ਼ਣ ਉਸ ਨੂੰ ਹੀ ਮਿਲੇ ਹਨ। ਸੋ ਜਿਹੜਾ ਸਫਾਈ ਰੱਖੇਗਾ, ਸਾਫ਼ ਰਹੇਗਾ, ਚਾਹੇ ਉਹ ਔਰਤ ਹੈ ਤਦ ਅਪਵਿੱਤਰ ਰਹੇਗੀ, ਚਾਹੇ ਉਹ ਮਰਦ ਹੈ ਤਦ ਅਛੂਤ ਅਖਵਾਏਗਾ। ਗੰਦਗੀ ਦਾ ਨਾਮ ਪਵਿੱਤਰਤਾ ਹੋ ਗਿਆ। ਇੱਥੇ ਕੇਵਲ ਤਨ ਦੀ ਸਫਾਈ, ਭੌਤਿਕ ਸਫਾਈ ਦੀ ਗੱਲ ਚੱਲ ਰਹੀ ਹੈ। ਜਿੱਥੋਂ ਤੱਕ ਮਨ ਤੇ ਇਖਲਾਕ ਦਾ ਸੰਬੰਧ ਹੈ, ਮਰਦ ਵਿਚਲਾ ਕੁੱਤਾਪੁਣਾ ਕਿਸੇ ਤੋਂ ਭੁੱਲਿਆ ਨਹੀਂ ਹੋਇਆ। ਆਚਰਣ ਪੱਖੋਂ ਮਰਦ ਜਾਦ ਔਰਤ ਦੇ ਕਦਮ ਛੂਹਣ ਦੀ ਵੀ ਹੱਕਦਾਰ ਨਹੀਂ ਹੈ। ਔਰਤ ਵਿਚਲਾ ਸ਼ੀਲ ਤੇ ਸੰਜਮ ਅਤੇ ਕਿਸੇ ਤਪਸਵੀ ਦੀ ਈਰਖਾ ਦਾ ਸਬੱਬ ਬਣਨਾ ਚਾਹੀਦਾ ਹੈ। ਪਰ ਸਾਧੂਆਂ ਸੰਤਾਂ ਨੇ ਜੋ ਖਿਤਾਬ ਉਹਨਾਂ ਦੇ ਪਰਥਾਏ ਬਖਸ਼ੇ, ਉਹਨਾਂ ਨੂੰ ਦੁਹਰਾਉਣਾ ਨਹੀਂ ਚਾਹੀਦਾ। ਅੱਖਰ ਪਲੀਤ ਹੋਣ ਤੋਂ ਬਚਣੇ ਚਾਹੀਦੇ ਹਨ। ਔਰਤਾਂ ਇਸ ਕਰਕੇ ਅਪਵਿੱਤਰ ਹਨ ਕਿਉਂਕਿ ਉਹ ਮਾਸਿਕ ਧਰਮ ਤੋਂ ਪੀੜਤ ਹਨ, ਸੋ ਖਾਸ ਰਸਮਾਂ ਵਿੱਚ ਭਾਗ ਲੈਣ ਤੋਂ ਵੰਚਿਤ ਹਨ। ਸਭ ਜਾਣਦੇ ਹਨ ਕਿ ਕੋਈ ਬਿਮਾਰੀ ਨਹੀਂ, ਕੁਦਰਤ ਦਾ ਵਿਧਾਨ ਹੈ। ਬਿਲਕੁਲ ਉਸੇ ਪ੍ਰਕਾਰ ਜਿਵੇਂ ਹਰੇਕ ਨੇ ਹਰ ਰੋਜ਼ ਟਾਇਲਟ ਜਾਣਾ ਹੈ, ਟਾਇਲਟ ਜਾਣ ਉਪਰੰਤ ਮਰਦ ਅਪਵਿੱਤਰ ਨਹੀਂ ਹੁੰਦਾ। ਪਰ ਜਿਹੜੇ ਮਰਦ ਦਰਬਾਰ ਸਾਹਿਬ ਦੀਆਂ ਸੇਵਾਵਾਂ ਵਿੱਚ ਹਿੱਸਾ ਲੈਣ ਜਾਂਦੇ ਹਨ, ਕੀ ਕਦੀ ਉਹਨਾਂ ਤੋਂ ਕਿਸੇ ਨੇ ਮੈਡੀਕਲ ਸਰਟੀਫਿਕੇਟ ਮੰਗਿਆ ਹੈ? ਕਿਤੇ ਉਹ ਦਮੇ, ਤਪਤਿਕ ਜਾਂ ਕੋੜ ਏਡਜ਼ ਤੋਂ ਪੀੜਤ ਨਹੀਂ ਹਨ? ਪਰ ਜੇ ਬਿਮਾਰ ਵੀ ਹਨ ਤਾਂ ਕੀ ਹੋਇਆ? ਆਖਰਕਾਰ ਮਰਦ ਆਦਮੀ ਦੀ ਔਰਤ ਪ੍ਰਤੀ ਇਹ ਜ਼ਹਿਨੀਅਤ ਹੈ, ਬਿਮਾਰ ਮਾਨਸਿਕਤਾ ਕਿ ਆਦਮੀ ਉੱਤਮ ਹੈ ਤੇ ਔਰਤ ਨੀਚ। ਗੁਰੂ ਜੀ ਨੇ ਮਰਦਾਂ ਨੂੰ ਤੰਦਰੁਸਤ ਕਰਨ ਦਾ ਸੁਪਨਾ ਸਿਰਜਿਆ ਸੀ, ਪਰ ਆਦਮੀ ਦਵਾਈ ਖਾਣ ਲਈ ਤਿਆਰ ਨਹੀਂ ਤਾਂ ਗੁਰੂ ਮਹਾਰਾਜ ਜੀ ਕੀ ਕਰਨ? ਇਹ ਸਤਰਾਂ ਲਿਖਦਿਆਂ ਮੇਰੇ ਦਿਮਾਗ ਵਿੱਚ ਫੁਰਨਾ ਆ ਗਿਆ। ਮਰਦ ਅਜਿਹੀ ਮਨਮਤ ਕਰੀ ਜਾ ਰਹੇ ਹਨ, ਗੁਰੂ ਸੱਚਾ ਪਾਤਸ਼ਾਹ ਸਜ਼ਾ ਕਿਉਂ ਨਹੀਂ ਦਿੰਦਾ ਇਹਨਾਂ ਨੂੰ? ਪਰ ਫਿਰ ਤੁਰੰਤ ਇਹ ਖਿਆਲ ਆਇਆ ਕਿ ਕੇਵਲ ਭਾਰਤ ਵਿੱਚ ਹੀ ਨਹੀਂ, ਦੁਨੀਆ ਵਿੱਚ ਹਰ ਥਾਂ 'ਤੇ ਸਿੱਖਾਂ ਨੂੰ ਅਜਿਹੀ ਕੁੱਟ ਪੈ ਰਹੀ ਹੈ। ਇਸੇ ਕਰਕੇ ਤਾਂ ਪੈ ਰਹੀ ਹੈ ਕਿਉਂਕਿ ਗੁਰਮਤ ਦੀ ਥਾਂ 'ਤੇ ਮਨਮਤ ਪ੍ਰਧਾਨ ਹੋ ਗਈ ਹੈ। ਸਿੱਖਾਂ ਦੀ ਜੋ ਹੱਤਕ ਹੋ ਰਹੀ ਹੈ, ਉਹ ਇਸ ਦੇ ਸਹੀ ਹੱਕਦਾਰ ਹਨ। ਕਮਾਈ ਦਾ ਫਲ ਮਿਲਣਾ ਹੀ ਮਿਲਣਾ ਹੈ, ਜਿਹੋ ਜਿਹੀ ਕਮਾਈ ਤਿਹੋ ਜਿਹਾ ਫਲ। ਜ਼ਿੰਮੇਵਾਰ, ਉੱਚੇ ਤੇ ਸਤਿਕਾਰਯੋਗ ਰੁਤਬੇ ਉੱਪਰ ਸੁਸ਼ੋਭਿਤ ਇੱਕ ਮਿੱਤਰ ਨੇ ਮੈਨੂੰ ਪੁੱਛਿਆ, ਦਰਬਾਰ ਸਾਹਿਬ ਵਿੱਚ ਹੋ ਰਹੀਆਂ ਸੇਵਾਵਾਂ ਵਿਚਕਾਰਲਾ ਵਿਤਕਰਾ ਖਤਮ ਕਰਕੇ ਔਰਤ ਨੂੰ ਵੀ ਬਰਾਬਰੀ ਦਿੱਤੀ ਜਾਵੇ, ਤਦ ਕੀ ਇਸ ਦਾ ਵਿਰੋਧ ਤਾਂ ਨਹੀਂ ਹੋਵੇਗਾ? ਮੈਂ ਕਿਹਾ, ਹੋਵੇਗਾ ਤਾਂ ਕੀ ਨੇਕੀ ਇਸ ਕਰਕੇ ਕਰਨੀ ਕਿ ਬੰਦਾ ਕਹਿ ਦੇਣੀ ਚਾਹੀਦੀ ਹੈ, ਕਿਤੇ ਵਿਰੋਧ ਨਾ ਹੋ ਜਾਵੇ। ਬਦੀ ਉੱਪਰ ਉਤਾਰੂ ਲੋਕ ਖੱਪ ਪਾਉਣਗੇ ਤੇ ਝੱਗ ਦਾਗ ਬੈਨ ਜਾਣਗੇ, ਕਿਉਂਕਿ ਉਹ ਤੁਹਾਡੀ ਵਿਰੋਧਤਾ ਨਹੀਂ, ਉਹ ਗੁਰੂ ਮਹਾਰਾਜ ਦੇ ਫਰਮਾਨ ਦਾ ਵਿਰੋਧ ਕਰਨਗੇ। ਸੱਚਾ ਪਾਤਸ਼ਾਹ ਇੰਨਾ ਸਮਰੱਥ ਹੈ ਕਿ ਉਹ ਨਜਿੱਠ ਲਵੇਗਾ। ਅਜਿਹਾ
ਅਜਿਹਾ ਨਾਲ ਰਾਸ਼ਟਰਪਤੀ ਦੀ ਚੋਣ ਜਿੱਤਣ ਪਿੱਛੋਂ ਇਬਰਾਹਿਮ ਲਿੰਕਨ ਨੇ ਐਲਾਨ ਕੀਤਾ ਕਿ ਕਾਲੇ ਤੇ ਗੋਰੇ ਵਿੱਚ ਫਰਕ ਨਹੀਂ, ਦੋਵੇਂ ਸਰਕਾਰ ਤੇ ਦੇਸ਼ ਵਿੱਚ ਬਰਾਬਰ ਹਨ ਤੇ ਸਨਮਾਨਯੋਗ ਵੀ ਹਨ। ਇਸ ਐਲਾਨ ਵਿੱਚ ਦੱਖਣੀ ਅਮਰੀਕਾ ਤੇ ਉੱਤਰੀ ਅਮਰੀਕਾ ਨਾਲ ਯੁੱਧ ਛੇੜ ਦਿੱਤਾ। ਚਾਰੇ ਪਾਸੇ ਖੂਨ ਲਾਸ਼ਾਂ ਦੇ ਢੇਰ ਲੱਗ ਗਏ। ਲਿੰਕਨ ਨੂੰ ਉਸਦੇ ਸਲਾਹਕਾਰਾਂ ਨੇ ਕਿਹਾ ਅਮਰੀਕਾ ਸਿਵਲ ਵਾਰ ਵਿੱਚ ਤਬਾਹ ਹੋਣ ਜਾ ਰਿਹਾ ਹੈ, ਵਿਆਪਕ ਬਰਬਾਦੀ ਹੋਵੇਗੀ, ਇਹ ਫੈਸਲਾ ਵਾਪਸ ਲੈ ਲਓ, ਆਖਰ ਤੁਸੀਂ ਅਮਰੀਕਨਾਂ ਅੱਗੇ ਜਵਾਬਦੇਹ ਹੋ। ਲਿੰਕਨ ਨੇ ਕਿਹਾ, ਮੈਂ ਰੱਬ ਅੱਗੇ ਜਵਾਬਦੇਹ ਹਾਂ। ਕਾਲੇ ਗੋਰੇ ਉਸਨੇ ਬਣਾਏ ਹਨ, ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦਾ ਹੈ। ਮਨੁੱਖ ਵਿੱਚ ਵਿਤਕਰਾ ਰੱਬ ਦੇ ਹੁਕਮ ਦੀ ਉਲੰਘਣਾ ਹੈ। ਰੱਬ ਨੂੰ ਦੱਸਾਂਗਾ, ਮੈਂ ਉਸਦਾ ਕੀਤਾ ਹੋਇਆ ਫੈਸਲਾ ਲਾਗੂ ਕਰਨ ਲੱਗਾ ਹਾਂ, ਮੇਰੀ ਮਦਦ ਕਰ। ਅਮਰੀਕਾ ਦੀ ਕੋਈ ਪਰਵਾਹ ਨਹੀਂ। ਆਖਰਕਾਰ ਰੱਬ ਜਿੱਤਿਆ ਤੇ ਸ਼ੈਤਾਨ ਦੀ ਹਾਰ ਹੋ ਗਈ। ਸਿੱਖ ਨੇਤਾ ਗੁਰੂ ਬਾਬੇ ਦੇ ਫੈਸਲੇ ਕਦੋਂ ਲਾਗੂ ਕਰਨ ਲੱਗਣਗੇ? ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, ਜਿਹੜੇ ਫੈਸਲੇ ਨੈਪੋਲੀਅਨ ਰੋਟੀ ਖਾਂਦਾ ਕਰਦਾ ਸੀ, ਉਹਨਾਂ ਫੈਸਲਿਆਂ ਬਾਰੇ ਕਮੇਟੀਆਂ ਬਣਦੀਆਂ ਹਨ, ਫਿਰ ਸਬ ਕਮੇਟੀਆਂ ਬਣਦੀਆਂ ਹਨ, ਫਿਰ ਮੀਟਿੰਗਾਂ ਦਰ ਮੀਟਿੰਗਾਂ ਹੁੰਦੀਆਂ ਹਨ ਤੇ ਆਖਰਕਾਰ 36 ਨੁਕਤੇ ਬਕਾਇਆ ਰਹਿ ਜਾਂਦੇ ਹਨ, ਜਿਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਹੁੰਦਾ। ਅੱਜ ਦਾ ਆਦਮੀ ਬੌਣਾ ਹੈ, ਇਲੀਅਟ ਨੇ ਕਿਹਾ, ਅੱਜ ਦਾ ਆਦਮੀ ਥੋਥਾ ਹੈ, ਤੌੜੀ ਨਾਲ ਫੂਸ ਨਾਲ ਤੁੰਨ ਕੇ ਭਰਿਆ ਇੱਕ ਢਾਂਚਾ ਹੈ। ਕੇਵਲ ਮੁਸਲਮਾਨ ਹਿਜਰੀ ਸੰਮਤ ਵਿੱਚ ਨੁਕਸ ਹੋਣ ਦੇ ਬਾਵਜੂਦ ਉਸਨੇ ਆਪਣੀ ਇਤਿਹਾਸਿਕ ਘਟਨਾਵਾਂ ਦਾ ਆਧਾਰ ਬਣਾਉਂਦੇ ਹਨ। ਸਾਕਾ ਬਿਕਰਮੀ ਤੇ ਈਸਵੀ ਆਪਣੀ ਥਾਂ ਚੱਲ ਰਹੇ ਹਨ। ਖਾਲਸਾ ਜੰਤਰੀ ਇਸ ਕਰਕੇ ਕੂੜੇਦਾਨ ਵਿੱਚ ਪਈ ਹੈ ਕਿਉਂਕਿ 2-3 ਸਾਧਾਂ ਨੇ ਸੰਗਰਾਂਦ ਦਾ ਚੜ੍ਹਾਵਾ ਘਟਣ ਤੇ ਖਦਸ਼ੇ ਕਾਰਨ ਘੁਰਕੀ ਦਿਖਾ ਦਿੱਤੀ ਹੈ। ਰੱਬ ਵੀ ਅਜੀਬ ਹੈ, ਜਿਨ੍ਹਾਂ ਹੱਥਾਂ ਵਿੱਚ ਉਸਨੇ ਫੈਸਲੇ ਕਰਨ ਦੀ ਸ਼ਕਤੀ ਦਿੱਤੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਵਾਕਈ ਤਾਕਤਵਰ ਹਨ ਜਾਂ ਫਿਰ ਉਹ ਤਾਕਤਵਰ ਹੋਣਗੇ ਹੀ ਨਹੀਂ। ਸਾਨੂੰ ਭੁਲੇਖਾ ਲੱਗੀ ਜਾ ਰਿਹਾ ਹੈ। ਰਹੀ ਗੱਲ ਬੀਬੀਆਂ ਦੇ ਬਰਾਬਰ ਹੱਕ ਦੇਣ ਦੀ, ਇਸ ਬਾਰੇ 15-20 ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਕਮੇਟੀ ਮੈਂਬਰ ਵੀ ਆਪਣੇ ਆਪ ਨੂੰ ਮਹੱਤਵਪੂਰਨ ਬੰਦੇ ਸਮਝਣ। ਪਰ ਫਿਰ ਵੀ ਬੀਬੀਆਂ ਮਰਦਾਂ ਦਾ ਮੁਕਾਬਲਾ ਕਿਵੇਂ ਕਰਨਗੀਆਂ? ਉਹ ਬਰਾਬਰੀ ਦਾ ਅਧਿਕਾਰ ਕਿਵੇਂ ਹਾਸਲ ਕਰ ਸਕਦੀਆਂ ਹਨ? ਮਰਦ ਤਖ਼ਤਾਂ ਉੱਪਰ ਅਸੀਲ ਹੋ ਕੇ ਗਮਨ ਕਰ ਸਕਦਾ ਹੈ। ਜਥੇਦਾਰ ਅਕਾਲ ਤਖ਼ਤ ਬਾਕੀ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਕਿਹੜਾ ਝੂਠ ਬੋਲਣ ਦੀ ਜੁਰਅਤ ਕਰ ਸਕਦਾ ਹੈ ਤੇ ਉਸਦਾ ਕੁਫਰ ਸੁਣ ਕੇ ਬਾਕੀ ਸਿੰਘ ਸਾਹਿਬਾਨਾਂ ਨੂੰ ਚੁੱਪ ਰਹਿਣ ਦੀ ਸੂਰਮਗਤੀ ਕਰ ਸਕਦੇ ਹਨ? ਮਰਦ ਗੋਲਕ ਤੋੜ ਸਕਦਾ ਹੈ। ਜੇ ਗੁਰਦੁਆਰੇ ਦੀ ਸਟੇਜ ਉੱਪਰ ਬੋਲਣ ਦਾ ਮੌਕਾ ਨਾ ਦੇਵੋ ਤਦ ਮਰਦ ਉਸ ਸਟੇਜ ਸਕੱਤਰ ਦੀ ਛਾਤੀ ਵਿੱਚੋਂ 10 ਗੋਲੀਆਂ ਵੀ ਲੰਘਾ ਕੇ ਢੇਰੀ ਕਰ ਸਕਦਾ ਹੈ। ਇਹੋ ਜਿਹੇ ਕਰਮ ਖੇਤਰਾਂ ਵਿੱਚ ਬੀਬੀਆਂ ਵਿਚਾਰੀਆਂ ਕਿਵੇਂ ਬਰਾਬਰੀ ਕਰ ਸਕਦੀਆਂ ਹਨ? ਇੱਕ ਅਮਰੀਕਨ ਮਨੋਵਿਗਿਆਨੀ ਨੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਕਿਹਾ ਕਿ ਰੱਬ ਨੂੰ ਖੱਤ ਲਿਖੋ, ਜੋ ਦਿਲ ਆਵੇ ਸੋ ਲਿਖੋ। ਬੜੇ ਦਿਲਚਸਪ ਖੱਤ ਲਿਖੇ ਗਏ, ਬਾਕੀਆਂ ਦਾ ਜ਼ਿਕਰ ਕਦੇ ਫੇਰ ਕਰਾਂਗਾ ਕਿਸੇ ਹੋਰ ਪ੍ਰਸੰਗ ਵਿੱਚ। ਹਾਲ ਦੀ ਘੜੀ ਵਿੱਚ ਇੱਕ ਖੱਤ ਬਾਰੇ ਦੱਸਾਂਗਾ ਜਿਹੜੇ 4ਥੀ ਜਮਾਤ ਦੀ ਇੱਕ ਕੁੜੀ ਨੇ ਲਿਖਿਆ ਸੀ। ਖੱਤ ਇਉਂ ਸੀ, ਸਤਿਕਾਰਯੋਗ ਰੱਬ ਜੀ, ਮੁੰਡੇ ਬੜੇ ਖੁਸ਼ ਹਨ ਕਿਉਂਕਿ ਤੁਸੀਂ ਉਹਨਾਂ ਨੂੰ ਮੁੰਡੇ ਬਣਾਇਆ ਹੈ। ਅਸੀਂ ਕੁੜੀਆਂ ਇਸ ਕਰਕੇ ਖੁਸ਼ ਹਾਂ ਕਿ ਸਾਨੂੰ ਕੁੜੀਆਂ ਨੂੰ ਬਣਾ ਕੇ ਤੁਹਾਨੂੰ ਖੁਸ਼ੀ ਮਿਲੀ, ਤੁਸੀਂ ਖੁਸ਼ ਹੋਏ, ਇਹ ਸਾਡੀ ਹੀ ਖੁਸ਼ੀ ਹੋਈ। ਤੇਰੀ ਬੇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।